ਕਿਸਾਨ ਅਕੈਡਮੀ ਦੇ ਆਨਲਾਈਨ ਪਲੇਟਫਾਰਮ ਦੇ ਉੱਪਰ ਤੁਹਾਡਾ ਸਵਾਗਤ ਹੈ। ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਅਸੀਂ ਐਮਸੀਕਿਊ ਪ੍ਰੈਕਟਿਸ ਕਰ ਰਹੇ ਹਾਂ ਤੇ ਜੋ ਸਾਡਾ ਅੱਜ ਦਾ ਟੌਪਿਕ ਹੈ ਉਹ ਹੈ ਕਰਿਕੂਲਮ, ਜਿਹਦੀ ਕਲਾਸ ਆਲਰੇਡੀ ਬੱਚਿਆਂ ਨੂੰ ਪ੍ਰੋਵਾਈਡ ਕੀਤੀ ਜਾ ਚੁੱਕੀ ਆ ਸਾਡੇ ਆਨਲਾਈਨ ਐਪ ਦੇ ਉੱਪਰ, ਕਿਸਾਨ ਅਕੈਡਮੀ ਦੇ ਆਪਣੇ ਐਪ ਦੇ ਉੱਪਰ। ਜਿਹੜੇ ਬੱਚੇ ਕੰਟੈਂਟ ਵੀਡੀਓਜ਼ ਲੈ ਰਹੇ ਨੇ ਉਹਨਾਂ ਨੂੰ ਰਿਸੀਵ ਹੋ ਰਹੀ ਹੈ, ਤਾਂ ਉਹਦੇ ਨਾਲ ਦੀ ਉਹਦੇ ਵਿੱਚੋਂ ਹੀ ਨੇ ਐਮਸੀਕਿਊਜ਼। ਤਾਂ ਸਾਡੇ ਕੋਲ ਜਿਹੜਾ ਫਰਸਟ ਐਮਸੀਕਿਊ ਹੈ ਉਹ ਹੈ ਪਾਠਕ੍ਰਮ ਦੇ ਕੀ ਤੱਤ ਹਨ। ਕੰਪੋਨੈਂਟ ਆਫ ਦਾ ਕਰਿਕੂਲਮ, ਕਰਿਕੂਲਮ ਦੇ ਕਿਹੜੇ ਕਿਹੜੇ ਕੰਪੋਨੈਂਟ ਨੇ, ਕਿਹੜੇ ਕਿਹੜੇ ਤੱਤ ਆ ਜਿਨ੍ਹਾਂ ਨੂੰ ਮਿਲਾ ਕੇ ਇੱਕ ਕਰਿਕੂਲਮ ਬਣਾਇਆ ਜਾਂਦਾ, ਧਿਆਨ ਚ ਰੱਖ ਕੇ ਇੱਕ ਕਰਿਕੂਲਮ ਬਣਾਇਆ ਜਾਂਦਾ। ਤਾਂ ਕਹਿੰਦੇ ਸਭ ਤੋਂ ਪਹਿਲਾਂ ਹੈ ਸਾਡੇ ਕੋਲੇ ਅਧਿਆਪਨ ਰਣਨੀਤੀ, ਮਤਲਬ ਟੀਚਿੰਗ ਸਟ੍ਰੈਟੇਜੀਜ਼। ਦੂਜਾ ਹੈ ਸਾਡੇ ਕੋਲ ਆਬਜੈਕਟਿਵ। ਤੀਜਾ ਹੈ ਸਾਡੇ ਕੋਲ ਇਵੈਲੂਏਸ਼ਨ, ਮੁਲਾਂਕਣ ਜਾਂ ਸਾਰੇ। ਤਾਂ ਇੱਥੇ ਸਾਡੇ ਕੋਲ ਆਨਸਰ ਹੈ ਜੀ ਡੀ, ਮਤਲਬ ਕਿ ਉਪਰੋਕਤ ਸਾਰੇ। ਐਕਚੁਅਲ ਦੇ ਵਿੱਚ ਜਦੋਂ ਵੀ ਕੋਈ ਪਾਠਕ੍ਰਮ ਬਣਦਾ ਤਾਂ ਉਹ ਕੀ ਆ, ਇੱਕ ਪੂਰੀਆਂ ਐਕਟੀਵਿਟੀਜ਼ ਨੇ ਕਿਸੇ ਵੀ ਇੰਸਟੀਟਿਊਸ਼ਨ ਦੀਆਂ, ਕਿਸੇ ਵੀ ਸਕੂਲ ਦੀਆਂ। ਤਾਂ ਉਹਦੇ ਕੁਝ ਉਦੇਸ਼ ਹੁੰਦੇ ਆ, ਠੀਕ ਹੈ। ਕੋਈ ਵੀ ਐਜੂਕੇਸ਼ਨ ਹੈ ਸਾਡਾ ਪਰਸਪੈਕਟਿਵ, ਤਾਂ ਉਹਦੇ ਚ ਕੁਛ ਨਾ ਕੁਛ ਸਾਡੇ ਜਿਹੜੇ ਉਦੇਸ਼ ਹੁੰਦੇ ਨੇ ਐਜੂਕੇਸ਼ਨ ਦੇ, ਸਿੱਖਣ ਦੇ, ਤੇ ਕੁਝ ਟੀਚਿੰਗ ਸਟ੍ਰੈਟੇਜੀਜ਼ ਹੁੰਦੀਆਂ। ਫਿਰ ਅਸੀਂ ਇਹਦੇ ਚ ਕੁਝ ਇਵੈਲੂਏਸ਼ਨ ਵੀ ਕਰਦੇ ਹਾਂ। ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਜਿਹੜਾ ਇੱਕ ਕਰਿਕੂਲਮ ਬਣਦਾ, ਇਸ ਕਰਕੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਉਪਰੋਕਤ ਸਾਰੇ। ਅੱਗੇ ਹੈ ਆਪਣੇ ਕੋਲ ਸਮੱਗਰੀ ਦੀ ਰੂਪਰੇਖਾ ਨੂੰ ਕੀ ਆਖਦੇ ਆ, ਦਾ ਆਊਟਲਾਈਨ ਆਫ ਦਾ ਕੰਟੈਂਟ। ਕੰਟੈਂਟ ਦੀ ਜਿਹੜੀ ਆਊਟਲਾਈਨ ਹੈਗੀ ਆ ਉਹਨੂੰ ਅਸੀਂ ਕੀ ਆਖਦੇ ਆ। ਦੇਖੋ ਜੀ, ਆਊਟਲਾਈਨ ਦੀ ਕੰਟੈਂਟ, ਆਊਟਲਾਈਨ ਆਫ ਦਾ ਕੰਟੈਂਟ ਕੀ ਆ ਸਾਡੇ ਕੋਲ, ਸਿਲੇਬਸ। ਠੀਕ ਹੈ ਜੀ, ਸਿਲੇਬਸ। ਐਕਚੁਅਲ ਦੇ ਵਿੱਚ ਜਿਹੜਾ ਸਿਲੇਬਸ ਹੁੰਦਾ ਉਹ ਸਿਰਫ ਜੋ ਕੰਟੈਂਟ ਬੱਚੇ ਨੂੰ ਪੜ੍ਹਾਇਆ ਜਾਊਗਾ, ਜੋ ਸਟੱਡੀ ਮਟੀਰੀਅਲ ਹੋਊਗਾ, ਬਸ ਉਸੇ ਨੂੰ ਹੀ ਇਨਕਲੂਡ ਕੀਤਾ ਜਾਂਦਾ। ਜੇ ਅਸੀਂ ਕਰਿਕੂਲਮ ਦੀ ਗੱਲ ਕਰਦੇ ਹਾਂ ਤਾਂ ਕਰਿਕੂਲਮ ਕੀ ਹੈਗਾ, ਸਿਲੇਬਸ ਵੀ ਆ, ਪ੍ਰੋਗਰਾਮ ਵੀ ਆ, ਟੈਕਨੀਕਸ ਵੀ ਆ, ਕੋਰਸ ਵੀ ਆ। ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਜੇ ਅਸੀਂ ਮਿਲਾ ਦਿੰਨੇ ਆ ਤਾਂ ਸਾਡੇ ਕੋਲ ਕੀ ਬਣਦਾ ਹੈਗਾ ਜੀ, ਕਰਿਕੂਲਮ। ਪਰ ਜਿਹੜੀ ਸਾਡੇ ਕੋਲ ਸਿਲੇਬਸ ਹੈ ਉਹ ਕੀ ਆ, ਸਿਰਫ ਕਰਿਕੂਲਮ ਦਾ ਇੱਕ ਹਿੱਸਾ। ਠੀਕ ਹੈ। ਤਾਂ ਕਰਿਕੂਲਮ ਦਾ ਹਿੱਸਾ ਸਿਲੇਬਸ ਇੱਕ ਪਾਰਟ ਆ, ਜਿਵੇਂ ਕਿ ਬਾਕੀ ਚੀਜ਼ਾਂ ਜਿਵੇਂ ਪ੍ਰੋਗਰਾਮ, ਟੈਕਨੀਕਸ, ਕੋਰਸ, ਇਹ ਸਾਰੀਆਂ ਚੀਜ਼ਾਂ ਕਰਿਕੂਲਮ ਦਾ ਪਾਰਟ ਆ। ਤਾਂ ਸਿਲੇਬਸ ਵੀ ਇੱਕ ਪਾਰਟ ਆ, ਪਰ ਇਹਦੇ ਚ ਅਸੀਂ ਸਿਰਫ ਕੰਟੈਂਟ ਰੱਖਦੇ ਹਾਂ। ਠੀਕ ਹੈ ਜੀ, ਜੋ ਬੱਚੇ ਨੂੰ ਪੜ੍ਹਾਇਆ ਜਾਊਗਾ ਸਬਜੈਕਟ ਰਿਲੇਟਡ ਹੋਊਗਾ। ਥਰਡ ਹੈ ਆਪਣੇ ਕੋਲ ਪਾਠਕ੍ਰਮ ਹੈ, ਮਤਲਬ ਪਾਠਕ੍ਰਮ ਕੀ ਆ, ਕਰਿਕੂਲਮ ਕੀ ਆ। ਤਾਂ ਆਪਣੇ ਕੋਲ ਆਪਸ਼ਨ ਨੇ ਕੋਰਸ, ਦੂਜਾ ਹੈ ਆਪਣੇ ਕੋਲ ਕੋ ਕਰਿਕੂਲਰ ਐਕਟੀਵਿਟੀਜ਼, ਮਤਲਬ ਪਾਠ ਸਹਾਇਕ ਗਤੀਵਿਧੀਆਂ। ਪਾਠ ਸਹਾਇਕ ਗਤੀਵਿਧੀਆਂ ਕਿਹੜੀਆਂ ਹੁੰਦੀਆਂ, ਜਿਵੇਂ ਮਾਰਨਿੰਗ ਅਸੈਂਬਲੀ ਹੋ ਗਈ, ਖੇਡਾਂ ਹੋ ਗਈਆਂ, ਬਾਕੀ ਕੰਪੀਟੀਸ਼ਨਸ ਹੋ ਗਏ ਜੋ ਸਕੂਲਾਂ ਦੇ ਵਿੱਚ ਹੁੰਦੇ ਨੇ। ਠੀਕ ਹੈ ਜੀ, ਸਿਲੇਬਸ ਤੇ ਜਾਂ ਡੀ ਓਵਰਆਲ ਐਕਟੀਵਿਟੀਜ਼ ਆਫ ਐਨ ਇੰਸਟੀਚਿਊਟ, ਕਿਸੇ ਸੰਸਥਾ ਦੀਆਂ ਸਮੁੱਚੀਆਂ ਗਤੀਵਿਧੀਆਂ। ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਕਰਿਕੂਲਮ ਕੀ ਆ, ਕਿਸੇ ਵੀ ਇੰਸਟੀਚਿਊਸ਼ਨ ਦੀਆਂ, ਕਿਸੇ ਵੀ ਸਕੂਲ ਦੀਆਂ ਜਿਹੜੀਆਂ ਸਮੁੱਚੀਆਂ ਗਤੀਵਿਧੀਆਂ ਨੇ, ਓਵਰਆਲ ਜੋ ਐਕਟੀਵਿਟੀਜ਼ ਨੇ ਉਹਨਾਂ ਸਾਰਿਆਂ ਨੂੰ ਇਨਕਲੂਡ ਕਰਕੇ ਕੀ ਬਣਦਾ ਹੈਗਾ, ਕਰਿਕੂਲਮ, ਜਿਹਦਾ ਕਿ ਸਿਲੇਬਸ ਇੱਕ ਹਿੱਸਾ, ਜਿਹਦਾ ਕਿ ਕੋਰਸ ਇੱਕ ਹਿੱਸਾ, ਜਿਹਦਾ ਕਿ ਕੋ ਕਰਿਕੂਲਰ ਐਕਟੀਵਿਟੀ ਇੱਕ ਹਿੱਸਾ। ਠੀਕ ਹੈ ਜੀ। ਫੋਰਥ ਕੁਐਸਚਨ ਆਪਣੇ ਕੋਲ, ਇਹਨਾਂ ਚੋਂ ਕਿਹੜਾ ਪ੍ਰੀ ਪ੍ਰਾਇਮਰੀ ਪਾਠਕ੍ਰਮ ਤਿਆਰ ਕਰਦੇ ਸਮੇਂ ਸ਼ਾਮਲ ਨਹੀਂ ਕੀਤਾ ਜਾਂਦਾ। ਜਦੋਂ ਪ੍ਰੀ ਪ੍ਰਾਇਮਰੀ ਲੈਵਲ ਦਾ ਮਤਲਬ 3 ਤੋਂ 6 ਸਾਲ ਦੇ ਬੱਚੇ ਦੇ ਲਈ ਪਾਠਕ੍ਰਮ ਤਿਆਰ ਕੀਤਾ ਜਾਂਦਾ, ਕਿਹਦੇ ਦੁਆਰਾ ਪਾਠਕ੍ਰਮ ਤਿਆਰ ਕੀਤਾ ਜਾਂਦਾ, ਐਨਸੀਈਆਰਟੀ ਦੇ ਦੁਆਰਾ ਜਾਂ ਐਨਸੀਐਫ ਦੇ ਦੁਆਰਾ। ਤਾਂ ਇਹਨੇ ਜਦੋਂ ਵੀ ਤਿਆਰ ਕੀਤਾ ਜਾਂਦਾ ਤਾਂ ਕਿਹੜੀਆਂ ਗੱਲਾਂ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ। ਠੀਕ ਹੈ ਜੀ। ਪਹਿਲੀ ਗੱਲ ਤਾਂ ਇਹਦੇ ਚ ਸ਼ਾਮਲ ਕੀ ਕੀਤਾ ਜਾਂਦਾ ਹੈਗਾ ਜਦੋਂ ਕਰਿਕੂਲਮ ਤਿਆਰ ਹੁੰਦਾ, ਪਹਿਲਾਂ ਤਾਂ ਹੋਲਿਸਟਿਕ ਅਪਰੋਚ ਵਾਲਾ ਹੋਵੇ, ਮਤਲਬ ਸਾਰੀਆਂ ਚੀਜ਼ਾਂ ਨੂੰ ਸ਼ਾਮਲ ਕਰਦਾ ਹੋਵੇ ਪਾਠਕ੍ਰਮ, ਇਸ ਤਰੀਕੇ ਦਾ ਹੋਣਾ ਚਾਹੀਦਾ। ਦੂਜੀ ਚੀਜ਼ ਇਹ ਡੀਏਪੀ ਹੋਣਾ ਚਾਹੀਦਾ। ਡੀਏਪੀ ਮਤਲਬ ਕੀ ਹੁੰਦਾ, ਡਿਵੈਲਪਮੈਂਟਲੀ ਐਪਰੋਪ੍ਰੀਏਟ ਪ੍ਰੈਕਟਿਸ। ਠੀਕ ਹੈ, ਡਿਵੈਲਪਮੈਂਟਲੀ ਐਪਰੋਪ੍ਰੀਏਟ ਮਤਲਬ ਬੱਚੇ ਦੇ ਵਿਕਾਸ ਦੇ ਕ੍ਰਮ ਨੂੰ ਧਿਆਨ ਦੇ ਵਿੱਚ ਰੱਖ ਕੇ, ਬੱਚੇ ਦੀ ਉਮਰ ਨੂੰ, ਲੈਵਲ ਨੂੰ ਧਿਆਨ ਵਿੱਚ ਰੱਖ ਕੇ ਬਣਿਆ ਹੋਣਾ ਚਾਹੀਦਾ। ਤੇ ਤੀਜਾ ਮੋਸਟ ਇੰਪੋਰਟੈਂਟ, ਬਾਲ ਕੇਂਦਰਿਤ ਹੋਣਾ ਚਾਹੀਦਾ, ਬੱਚੇ ਦੀ ਨੀਡ, ਬੱਚੇ ਦੀ ਇੰਟਰਸਟ ਦੇ ਅਕੋਰਡਿੰਗ ਹੀ ਪਾਠਕ੍ਰਮ ਹੋਣਾ ਚਾਹੀਦਾ। ਤੇ ਇਹਦਾ ਮਤਲਬ ਪਾਠਕ੍ਰਮ ਤਿਆਰ ਕਰਦੇ ਸ਼ਾਮਲ ਕੀ ਨਹੀਂ ਕੀਤਾ ਜਾਊਗਾ, ਸਟ੍ਰਿਕਟ ਸ਼ਡਿਊਲ। ਠੀਕ ਹੈ ਜੀ, ਜਿਹੜੀ ਸਟ੍ਰਿਕਟ ਟਾਈਮ ਟੇਬਲ ਆ ਜਾਂ ਸਟ੍ਰਿਕਟ ਜਿਹੜਾ ਸ਼ਡਿਊਲ ਆ, ਸਖਤ ਸਮਾਂ ਸਾਰਨੀ ਆ, ਉਹਨੂੰ ਨਹੀਂ ਸ਼ਾਮਲ ਕੀਤਾ ਜਾਊਗਾ। ਕਿਉਂਕਿ ਜਿਹੜੀ ਸਾਡੀ ਮਾਡਰਨ ਐਜੂਕੇਸ਼ਨ ਆ ਉਹ ਖਾਸ ਕਰਕੇ ਪ੍ਰੀ ਪ੍ਰਾਇਮਰੀ ਸਕੂਲ ਦੇ ਬੱਚੇ ਨੂੰ ਮਾਡਰਨ ਟੈਕਨੀਕਸ ਕੀ ਪ੍ਰੋਵਾਈਡ ਕਰਦੀਆਂ, ਮਾਡਰਨ ਮੈਥਡ ਕੀ ਪ੍ਰੋਵਾਈਡ ਕਰਦਾ ਹੈਗਾ, ਇੱਕ ਰਿਲੈਕਸੇਸ਼ਨ, ਬਰਡਨ ਫ੍ਰੀ ਇਨਵਾਇਰਨਮੈਂਟ। ਤੇ ਬਰਡਨ ਫ੍ਰੀ ਜੇ ਤੁਸੀਂ ਸਟ੍ਰਿਕਟ ਸ਼ਡਿਊਲ ਬੱਚੇ ਦੇ ਲਈ ਤਿਆਰ ਕਰ ਦੋਗੇ ਤਾਂ ਫਿਰ ਜਿਹੜਾ ਇੱਕ ਬੱਚਾ ਹੈਗਾ ਉਹ ਨਹੀਂ ਸਿੱਖ ਸਕਦਾ ਇੱਕ ਮਾਡਰਨ ਜਿਹੜੇ ਮੈਥਡਸ ਨੇ ਉਹਨਾਂ ਦੇ ਅਕੋਰਡਿੰਗ। ਠੀਕ ਹੈ ਜੀ।
ਨੈਕਸਟ ਆਪਣੇ ਕੋਲ ਹੈ ਕਿਹੜੀ ਭਾਸ਼ਾ ਅੰਦੇਸ਼ਨ ਦਾ ਮਾਧਿਅਮ ਹੋਣੀ ਚਾਹੀਦੀ ਹੈ। ਠੀਕ ਹੈ ਜੀ, ਕਿਹੜੀ ਲੈਂਗੁਏਜ ਟੀਚਰ ਨੂੰ ਅਡਾਪਟ ਕਰਨੀ ਪਊਗੀ ਜਦੋਂ ਉਹ ਆਪਦੀਆਂ ਇੰਸਟਰਕਸ਼ਨ ਦੇ ਰਿਹਾ ਹੈਗਾ, ਤਾਂ ਮਤਲਬ ਵਿਚ ਲੈਂਗੁਏਜ ਸ਼ੁੱਡ ਬੀ ਮੀਡੀਅਮ ਆਫ ਇੰਸਟਰਕਸ਼ਨ ਐਟ ਪ੍ਰੀ ਪ੍ਰਾਇਮਰੀ ਲੈਵਲ। ਪ੍ਰੀ ਪ੍ਰਾਇਮਰੀ ਲੈਵਲ ਦੇ ਉੱਪਰ ਟੀਚਰ ਕਿਹੜਾ ਆਪਦਾ ਭਾਸ਼ਾ ਨੂੰ ਯੂਜ਼ ਕਰੂਗਾ ਬੱਚੇ ਨੂੰ ਸਿਖਾਉਂਦੇ ਸਮੇਂ। ਫਸਟ ਆਪਸ਼ਨ ਆਪਣੇ ਕੋਲ ਮਦਰ ਟੰਗ। ਮਦਰ ਟੰਗ ਕਿਹੜੀ ਹੁੰਦੀ ਆ? ਮਾਤ ਭਾਸ਼ਾ, ਜਿਹੜੀ ਕਿ ਬੱਚੇ ਦੀ ਮਾਂ ਦੇ ਦੁਆਰਾ ਬੋਲੀ ਜਾਂਦੀ ਹੈ, ਜਿਹੜੀ ਕਿ ਬੱਚਾ ਆਪਣੀ ਮਾਂ ਤੋਂ ਸਿੱਖਦਾ। ਨੇਟਿਵ ਲੈਂਗੁਏਜ, ਨੇਟਿਵ ਲੈਂਗੁਏਜ ਹੁੰਦੀ ਹੈ ਜਿਹਨੂੰ ਅਸੀਂ ਹੋਮ ਲੈਂਗੁਏਜ ਵੀ ਆਖ ਦਿੰਦੇ ਆ, ਜਿਹੜੀ ਸਾਡੇ ਆਸੇ-ਪਾਸੇ ਆਲੇ ਦੁਆਲੇ ਦੇ ਵਿੱਚ ਬੋਲੀ ਜਾਂਦੀ ਹੈ। ਠੀਕ ਹੈ ਜੀ। ਥਰਡ ਆਪਸ਼ਨ ਹੈਗੀ ਆ ਫਸਟ ਲੈਂਗੁਏਜ। ਫਸਟ ਲੈਂਗੁਏਜ ਆ ਜਿਹੜੀ ਉਹ ਸਾਡੀ ਮਦਰ ਟੰਗ ਵੀ ਹੋ ਸਕਦੀ ਆ, ਸਾਡੀ ਹੋਮ ਲੈਂਗੁਏਜ ਵੀ ਹੋ ਸਕਦੀ ਹੈ। ਤਾਂ ਬੱਚਾ ਜਿਹੜੀ ਸਭ ਤੋਂ ਪਹਿਲਾਂ ਭਾਸ਼ਾ ਸਿੱਖਦਾ ਉਹ ਕਿਹੜੀ ਹੁੰਦੀ ਆ? ਫਸਟ ਲੈਂਗੁਏਜ। ਠੀਕ ਹੈ, ਇਹ ਵੀ ਪੋਸੀਬਿਲਿਟੀ ਆ ਕਿ ਸਾਡੀ ਨੇਟਿਵ ਲੈਂਗੁਏਜ ਤੇ ਮਦਰ ਟੰਗ ਇੱਕੋ ਹੋਵੇ। ਜਿਵੇਂ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਹਾਂ, ਸਾਡੀ ਪੰਜਾਬੀ ਹੀ ਮਦਰ ਟੰਗ ਆ, ਪੰਜਾਬੀ ਹੀ ਨੇਟਿਵ ਲੈਂਗੁਏਜ ਆ। ਮੰਨ ਲਓ ਕਿ ਕੋਈ ਬੱਚਾ ਜਿਹੜਾ ਹੈਗਾ ਬਿਹਾਰ ਤੋਂ ਬਿਲੋਂਗ ਕਰਦਾ, ਉਹਦੀ ਮਦਰ ਟੰਗ ਕਿਹੜੀ ਹੈਗੀ ਆ? ਬਿਹਾਰੀ, ਪਰ ਉਹ ਪੰਜਾਬ ਦੇ ਵਿੱਚ ਰਹਿ ਰਿਹਾ, ਤੇ ਉਹਦੀ ਨੇਟਿਵ ਲੈਂਗੁਏਜ ਕਿਹੜੀ ਹੋ ਜਾਊਗੀ? ਪੰਜਾਬੀ। ਤਾਂ ਇਸ ਕਰਕੇ ਫਿਰ ਉਹਦੀ ਮਦਰ ਟੰਗ ਤੇ ਉਹਦੀ ਨੇਟਿਵ ਲੈਂਗੁਏਜ ਇੱਕ ਨਹੀਂ ਹੋਊਗੀ। ਠੀਕ ਹੈ ਜੀ। ਤਾਂ ਜਿਹੜੀ ਫਸਟ ਲੈਂਗੁਏਜ ਇੱਥੇ ਜੇ ਅਸੀਂ ਮੰਨ ਕੇ ਚੱਲੀਏ ਤਾਂ ਸਾਡੇ ਕੋਲ ਆਨਸਰ ਹੈਗਾ ਡੀ, ਕਿਉਂਕਿ ਮਦਰ ਟੰਗ, ਨੇਟਿਵ ਲੈਂਗੁਏਜ ਤੇ ਜਿਹੜੀ ਫਸਟ ਲੈਂਗੁਏਜ ਹੈਗੀ ਆ, ਉਹ ਸਾਰੀਆਂ ਹੀ ਕੀ ਨੇ? ਪ੍ਰੀ ਪ੍ਰਾਇਮਰੀ ਲੈਵਲ ਦੇ ਉੱਪਰ ਮੀਡੀਅਮ ਆਫ ਇੰਸਟਰਕਸ਼ਨ ਹੋਣੀਆਂ ਚਾਹੀਦੀਆਂ। ਠੀਕ ਹੈ ਜੀ, ਕਿਉਂਕਿ ਤਿੰਨਾਂ ਦਾ ਬੇਸਿਕਲੀ ਮਤਲਬ ਬਹੁਤ ਨੀਅਰ ਆ, ਇੱਕ ਦੂਜੇ ਦੇ ਨੇੜੇ ਆ। ਤਾਂ ਬੱਚੇ ਦੇ ਲਈ ਮਦਰ ਟੰਗ, ਨੇਟਿਵ ਲੈਂਗੁਏਜ ਤੇ ਫਸਟ ਲੈਂਗੁਏਜ, ਕਿਉਂਕਿ ਤਿੰਨੋਂ ਮਦਰ ਟੰਗ ਵੀ ਹੋ ਸਕਦੀਆਂ, ਤਿੰਨੋਂ ਹੋਮ ਲੈਂਗੁਏਜ ਵੀ ਹੋ ਸਕਦੀਆਂ, ਇਸ ਕਰਕੇ ਦਾ ਆਨਸਰ ਆਪਣੇ ਕੋਲ ਡੀ। ਨੈਕਸਟ ਆਪਣੇ ਕੋਲ ਪਾਠਕ੍ਰਮ ਰਾਹੀਂ ਕਿਸ ਦੀ ਪ੍ਰਾਪਤੀ ਕੀਤੀ ਜਾਂਦੀ ਹੈ? ਤਾਂ ਪਾਠਕ੍ਰਮ ਦੇ ਰਾਹੀਂ ਕਿਸ ਦੀ ਪ੍ਰਾਪਤੀ ਕੀਤੀ ਜਾਂਦੀ ਹੈ ਜੀ? ਆਪਸ਼ਨਸ ਨੇ ਆਪਣੇ ਕੋਲ ਐਜੂਕੇਸ਼ਨ ਦੀ, ਬੀ ਆਪਸ਼ਨ ਆਬਜੈਕਟਿਵ ਦੀ, ਸੀ ਵੈਲਿਊ ਦੀ, ਡੀ ਜੌਬ ਦੀ। ਦੇਖੋ, ਮੈਂ ਹਮੇਸ਼ਾ ਜਦੋਂ MCQ ਕਰਾਉਣੀ ਆ ਤਾਂ ਮੈਂ ਆਖਦੀ ਆ ਕਿ ਜਦੋਂ ਤੁਹਾਡੇ ਕੋਲ ਤੁਹਾਨੂੰ ਇਹ ਲੱਗੇ ਆਪਸ਼ਨਾਂ ਦੇ ਵਿੱਚ ਕਿ ਸਾਰੇ ਆਨਸਰ ਹੀ ਸਹੀ ਆ, ਤਾਂ ਉਹਦੇ ਚੋਂ ਡੈਫੀਨੇਟਲੀ ਇੱਕ ਆਨਸਰ ਬਹੁਤ ਐਪਰੋਪ੍ਰੀਏਟ ਹੋਊਗਾ, ਜਿਹੜਾ ਤੁਹਾਨੂੰ ਫਾਈਂਡ ਕਰਨਾ ਪਊਗਾ ਕਿ ਇਹਦੇ ਚੋਂ ਸਭ ਤੋਂ ਜ਼ਿਆਦਾ ਏਰੀਆ ਕੁਐਸਚਨ ਕਿਹੜਾ ਕਵਰ ਕਰ ਰਿਹਾ। ਜਦੋਂ ਵੀ ਅਸੀਂ ਪਾਠਕ੍ਰਮ ਦੀ ਗੱਲ ਕੀਤੀ ਸੀ ਸ਼ੁਰੂ ਦੇ ਵਿੱਚ, ਫਰਸਟ ਕੁਐਸਚਨ ਦੇ ਵਿੱਚ, ਉਦੋਂ ਵੀ ਆਪਾਂ ਇਹ ਆਖਿਆ ਕਿ ਪਾਠਕ੍ਰਮ ਦਾ ਆਧਾਰ ਕੀ ਹੋਊਗਾ? ਆਬਜੈਕਟਿਵਸ ਹੋਣਗੇ, ਟੀਚਿੰਗ ਟੈਕਨੀਕਸ ਹੋਣਗੀਆਂ, ਤਾਂ ਤੇ ਇਵੈਲੂਏਸ਼ਨ ਹੋਣਗੀਆਂ। ਠੀਕ ਹੈ, ਤੇ ਇਹਦਾ ਮਤਲਬ ਕੀ ਆ ਕਿ ਪਾਠਕ੍ਰਮ ਦੀ ਪ੍ਰਾਪਤੀ, ਪਾਠਕ੍ਰਮ ਬਣਾਇਆ ਕਿਉਂ ਜਾਂਦਾ? ਜਦੋਂ ਬੱਚੇ ਨੂੰ ਸਿਖਾਇਆ ਜਾਂਦਾ, ਜਿੱਥੇ ਵੀ ਇੱਕ ਬੱਚਾ ਫਾਰਮਲ ਐਜੂਕੇਸ਼ਨ ਲੈਣ ਜਾਂਦਾ, ਉੱਥੇ ਕੋਈ ਨਾ ਕੋਈ ਆਬਜੈਕਟਿਵ ਹੋਣਗੇ, ਤੇ ਉਹਨਾਂ ਆਬਜੈਕਟਿਵਸ ਨੂੰ ਹਾਸਲ ਕਰਨ ਦੇ ਲਈ ਬੱਚਾ ਜਿਹੜਾ ਹੈਗਾ ਉਹ ਪਾਠਕ੍ਰਮ ਨੂੰ ਫੋਲੋ ਕਰਦਾ। ਤੇ ਇਹਦਾ ਆਨਸਰ ਸਾਡੇ ਕੋਲ ਕੀ ਹੈ ਜੀ? ਬੀ, ਜਾਣੀ ਕਿ ਆਬਜੈਕਟਿਵ। ਕਲੀਅਰ? ਤਾਂ ਸਾਡਾ ਜਿਹੜਾ ਕਰਿਕੂਲਮ ਆ ਉਹ ਕਿਹਦੇ ਤੇ ਬੇਸਡ ਹੁੰਦਾ? ਮੈਂ ਬਾਰ-ਬਾਰ ਦੱਸ ਰਹੀ ਹਾਂ, ਆਬਜੈਕਟਿਵ, ਟੀਚਿੰਗ ਟੈਕਨੀਕਸ ਦੇ ਉੱਪਰ ਹੋਊਗਾ ਤੇ ਇਵੈਲੂਏਸ਼ਨ ਦੇ ਉੱਪਰ ਹੋਊਗਾ। ਇਹਨਾਂ ਤਿੰਨਾਂ ਚੀਜ਼ਾਂ ਨੂੰ ਪ੍ਰਾਪਤ ਕਰਨਾ ਹੀ ਇੱਕ ਕਰਿਕੂਲਮ ਦਾ ਮੇਨ ਫੋਕਸ ਹੁੰਦਾ। 7th ਕੁਐਸਚਨ ਹੈ ਆਪਣੇ ਕੋਲ, ਪਾਠਕ੍ਰਮ ਦੇ ਵਿੱਚ ਕੀ ਸ਼ਾਮਲ ਨਹੀਂ ਹੁੰਦਾ? ਕਿਹਨੂੰ ਪਾਠਕ੍ਰਮ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ? ਪਾਠਕ੍ਰਮ ਦੇ ਵਿੱਚ ਖਾਸ ਕਰਕੇ ਪ੍ਰੀ ਪ੍ਰਾਇਮਰੀ ਦੇ ਉੱਪਰ ਅਸੀਂ ਸਿਲੇਬਸ ਨੂੰ ਫੋਲੋ ਕਰਦੇ ਹਾਂ, ਜਿਹੜਾ ਕਿ ਆਊਟਲਾਈਨ ਸੀਗਾ ਕੰਟੈਂਟ ਦਾ। ਪਲੇ, ਖੇਡ, ਡੈਫੀਨੇਟਲੀ ਬੱਚੇ ਦੀ, ਛੋਟੇ ਬੱਚੇ ਦੀ ਪਲੇ ਤੇ ਐਕਟੀਵਿਟੀਜ਼ ਦੋ ਮੇਜਰ ਚੀਜ਼ਾਂ ਨੇ ਜਿਹਦੇ ਰਾਹੀਂ ਬੱਚਾ ਸਿੱਖਦਾ। ਤਾਂ ਇੱਥੇ ਅਸੀਂ ਸ਼ਾਮਲ ਕੀ ਨਹੀਂ ਕਰਾਂਗੇ ਕਰਿਕੂਲਮ ਦੇ ਵਿੱਚ? ਪਨਿਸ਼ਮੈਂਟ। ਮੈਂ ਬਾਰ-ਬਾਰ ਆਖਦੀ ਹਾਂ, ਪਨਿਸ਼ਮੈਂਟ, ਸਟ੍ਰਿਕਟ ਇਨਵਾਇਰਨਮੈਂਟ, ਸਟ੍ਰਿਕਟ ਵਰਗੇ ਵਰਡ ਸਾਡੇ ਕਰਿਕੂਲਮ ਦਾ, ਚਾਈਲਡ ਸੈਂਟਰ ਐਜੂਕੇਸ਼ਨ ਦਾ ਹਿੱਸਾ ਕਦੇ ਨਹੀਂ ਹੁੰਦੇ। ਤਾਂ ਤੁਹਾਡਾ ਆਨਸਰ ਕਦੇ ਨਹੀਂ ਆਊਗਾ ਜੇ ਕੁਐਸਚਨ ਪੋਜ਼ਿਟਿਵ ਸਟੇਟਮੈਂਟ ਦੇ ਵਿੱਚ ਆ। 8th ਕੁਐਸਚਨ ਆਪਣੇ ਕੋਲ, ਕਿਹੜਾ ਵਿਸ਼ਾ ਪ੍ਰੀ ਪ੍ਰਾਇਮਰੀ ਸਿਲੇਬਸ ਦਾ ਹਿੱਸਾ ਨਹੀਂ ਆ? ਜਦੋਂ ਅਸੀਂ ਪ੍ਰੀ ਪ੍ਰਾਇਮਰੀ ਲੈਵਲ ਤੇ ਬੱਚੇ ਨੂੰ ਪੜ੍ਹਾਉਂਦੇ ਆ ਤਾਂ ਬਹੁਤ ਬੇਸਿਕ ਚੀਜ਼ਾਂ ਪੜ੍ਹਾਈਆਂ ਜਾਂਦੀਆਂ। ਅਸੀਂ ਬੱਚੇ ਨੂੰ ਕੀ ਪੜ੍ਹਾਉਂਦੇ ਆ? ਬੋਡੀ ਪਾਰਟਸ, ਬਿਲਕੁਲ ਬੱਚੇ ਨੂੰ ਬੋਡੀ ਪਾਰਟਸ ਸਮਝਾਏ ਜਾਂਦੇ ਆ। ਪਲਾਂਟਸ, ਆਲਾ ਦੁਆਲਾ ਇਨਵਾਇਰਨਮੈਂਟ ਕਰਾਇਆ ਜਾਂਦਾ, ਤੇ ਉਹ 'ਚ ਪਲਾਂਟਸ ਕੀ ਪੱਤੇ ਨੇ, ਕੀ ਫਲ ਨੇ, ਕੀ ਫਰੂਟ ਨੇ, ਸਾਰਾ ਕੁਝ ਸਿਖਾਇਆ ਜਾਂਦਾ। ਨੂਮੈਰਲ ਸਿਖਾਏ ਜਾਂਦੇ ਨੇ, ਨੂਮੈਰਲ ਬਿਲਕੁਲ ਬੇਸਿਕ 1 2 3, ਜਾਂ ਆਪਾਂ ਕਹੇ ਗ੍ਰੇਟਰ ਦੈਨ, ਜਾਂ ਕੋਈ ਵੀ ਫਿਲ ਕਰਨਾ, ਕਿਸੇ ਵੀ ਸਪੇਸ ਨੂੰ ਫਿਲ ਕਰਨਾ। ਤਾਂ ਇੱਥੇ ਅਸੀਂ ਸ਼ਾਮਲ ਕਿਹਨੂੰ ਨਹੀਂ ਕਰਦੇ? ਪਰਸੈਂਟੇਜ। ਪਰਸੈਂਟੇਜ ਹਾਇਰ ਮੈਥ ਆ, ਤਾਂ ਇਸ ਕਰਕੇ ਉਹਨੂੰ ਅਸੀਂ, ਜੋ ਸਾਡਾ ਬੇਸਿਕ ਕਨਸੈਪਚੁਅਲ ਮੈਥ ਹੈਗਾ, ਉਹਦੇ ਵਿੱਚ ਅਸੀਂ ਸ਼ਾਮਲ ਨਹੀਂ ਕਰਦੇ। ਤੇ ਸ਼ੁਰੂ ਦੇ ਵਿੱਚ ਬੱਚੇ ਨੂੰ ਮੈਥੇਮੈਟੀਕਲ ਸਿਰਫ ਕਨਸੈਪਟ ਹੀ ਕਰਾਏ ਜਾਂਦੇ ਆ, ਤਾਂ ਉਹਨੂੰ ਜਿਹੜਾ ਟੈਕਨੀਕਲ ਮੈਥ ਹੁੰਦਾ ਉਹਦੇ ਵੱਲ ਨਹੀਂ ਲੈ ਕੇ ਜਾਇਆ ਜਾਂਦਾ। ਇਸ ਕਰਕੇ ਪਰਸੈਂਟੇਜ ਆ ਜਿਹੜਾ ਉਹ ਇਹਦਾ ਹਿੱਸਾ ਨਹੀਂ ਆ। 9th ਹੈ ਆਪਣੇ ਕੋਲ, NCERT ਦੇ ਅਕੋਰਡਿੰਗ ਪ੍ਰੀ ਪ੍ਰਾਇਮਰੀ ਪਾਠਕ੍ਰਮ ਦੇ ਕਿੰਨੇ ਗੋਲ ਆ? ਤਾਂ NCERT ਦੇ ਅਕੋਰਡਿੰਗ ਪ੍ਰੀ ਪ੍ਰਾਇਮਰੀ ਦੇ ਸਿਰਫ 3 ਗੋਲ ਨੇ। ਠੀਕ ਹੈ ਜੀ, 3। ਤਾਂ ਬੀ ਆਨਸਰ ਹੈ ਇੱਥੇ ਆਪਣੇ ਕੋਲ ਕਿ NCERT ਦੇ ਅਕੋਰਡਿੰਗ ਪ੍ਰੀ ਪ੍ਰਾਇਮਰੀ ਪਾਠਕ੍ਰਮ ਦੇ 3 ਗੋਲ ਨੇ। ਠੀਕ ਹੈ, ਕਿਹੜੇ ਕਿਹੜੇ ਨੇ ਅਸੀਂ ਅੱਗੇ ਜਾ ਕੇ ਕਰਦੇ ਹਾਂ, ਵੀ ਇੱਕ ਕੁਐਸਚਨ ਹੈਗਾ।
10th ਕੁਐਸਚਨ ਆਪਣੇ ਕੋਲ ਇਹਨਾਂ ਦੇ ਵਿੱਚੋਂ ਕਿਹੜਾ ਸੂਖਮ ਚਾਲਕ ਕੌਸ਼ਲ ਹੈ। ਮੈਂ ਜਿੰਨੀਆਂ ਵੀ ਕਲਾਸਿਸ ਲਾਈਆਂ ਉਹਦੇ ਵਿੱਚ ਮੈਂ ਤੁਹਾਨੂੰ ਬਾਰ-ਬਾਰ ਫਾਈਨ ਮੋਟਰ ਸਕਿੱਲ ਦੇ ਬਾਰੇ ਚ ਦੱਸਦੀ ਆ, ਗ੍ਰੋਸ ਮੋਟਰ ਸਕਿੱਲ ਦੇ ਬਾਰੇ ਚ ਦੱਸਦੀ ਆ। ਫਾਈਨ ਮੋਟਰ ਸਕਿੱਲ ਕੀ ਹੁੰਦੀ ਆ? ਆਈ ਤੇ ਹੈਂਡ ਦਾ ਕੋਆਰਡੀਨੇਸ਼ਨ। ਠੀਕ ਹੈ ਜੀ, ਜਦੋਂ ਤੁਸੀਂ ਬਹੁਤ ਬਰੀਕ ਜਿਹੜੀਆਂ ਸਾਡੀਆਂ ਛੋਟੀਆਂ ਮਸਲਸ ਨੇ, ਜਿਵੇਂ ਹੱਥ ਦੀਆਂ ਮਸਲਸ ਹੋ ਗਈਆਂ, ਬੀਨੀ ਦੀਆਂ ਮਸਲਸ ਹੋ ਗਈਆਂ, ਰਿਸਟ ਮਸਲਸ ਹੋ ਗਈਆਂ, ਠੀਕ ਹੈ, ਕੂਣੀ ਹੋ ਗਈ, ਜਾਂ ਆਪਾਂ ਕਹੇ ਉਂਗਲਾਂ ਦੀਆਂ ਮਸਲਸ ਹੋ ਗਈਆਂ, ਹੱਥਾਂ ਦੇ ਮਸਲਸ ਹੋ ਗਏ, ਉਹਨਾਂ ਦੇ ਰਾਹੀਂ ਕੋਈ ਐਕਟੀਵਿਟੀ ਕਰਦੇ ਆ ਤਾਂ ਕੀ ਸਾਡੀਆਂ ਫਾਈਨ ਮੋਟਰ ਸਕਿੱਲਸ ਨੇ। ਜਿਹੜੀਆਂ ਸਾਡੀਆਂ ਗ੍ਰੋਸ ਮੋਟਰ ਸਕਿੱਲ ਆ ਉਹ ਹੈਗਾ ਲੱਤਾਂ, ਬਾਹਾਂ, ਵੱਡੀਆਂ ਮਾਸਪੇਸ਼ੀਆਂ ਦੇ ਨਾਲ ਰਿਲੇਟਡ। ਤਾਂ ਸਾਡੇ ਕੋਲ ਜਿਵੇਂ ਜੰਪਿੰਗ ਹੋ ਗਈ, ਰਨਿੰਗ ਹੋ ਗਈ, ਠੀਕ ਹੈ, ਪੌੜੀਆਂ ਚੜ੍ਹਨਾ ਹੋ ਗਿਆ, ਜਾਂ ਹੋਰ ਹੌਪਿੰਗ ਵਗੈਰਾ ਹੋ ਗਈ, ਤੇ ਸਾਰੀਆਂ ਚੀਜ਼ਾਂ ਕੀ ਨੇ ਸਾਡੇ ਕੋਲ? ਇੱਕ ਗ੍ਰੋਸ ਮੋਟਰ ਸਕਿੱਲ। ਪਰ ਇੱਥੇ ਸਾਡੇ ਕੋਲ ਇੱਕ ਫਾਈਨ ਮੋਟਰ ਸਕਿੱਲ ਆ, ਉਹ ਕਿਹੜੀ ਆ? ਡਰਾਇੰਗ। ਕਿਉਂ? ਕਿਉਂਕਿ ਡਰਾਇੰਗ ਦੇ ਵਿੱਚ ਤੁਸੀਂ ਉਂਗਲਾਂ ਦੇ ਨਾਲ, ਆਪਦੀ ਇੰਡੈਕਸ ਫਿੰਗਰ ਦੇ ਨਾਲ ਤੇ ਥੰਬ ਦੇ ਨਾਲ ਕਿਸੇ ਚੀਜ਼ ਨੂੰ ਪਕੜਦੇ ਆ, ਬ੍ਰਸ਼ ਨੂੰ, ਪੈਨਸਲ ਨੂੰ, ਕ੍ਰੇਯੋਨਸ ਨੂੰ, ਕਿਸੇ ਵੀ ਚੀਜ਼ ਨੂੰ, ਤਾਂ ਜਦੋਂ ਪਕੜੋਗੇ ਤਾਂ ਉਹ ਤੁਹਾਡੀ ਫਾਈਨ ਮੋਟਰ ਸਕਿੱਲ ਯੂਜ਼ ਹੋਊਗੀ ਉੱਥੇ। ਠੀਕ ਹੈ ਜੀ, ਬਹੁਤ ਵਾਰ ਕੁਐਸਚਨ ਪੁੱਛਿਆ ਜਾਂਦਾ ਰਾਈਟਿੰਗ ਕਿਹੜੀ ਸਕਿੱਲ ਆ, ਤਾਂ ਰਾਈਟਿੰਗ ਵੀ ਫਾਈਨ ਮੋਟਰ ਸਕਿੱਲ ਆ, ਡਰਾਇੰਗ ਫਾਈਨ ਮੋਟਰ ਸਕਿੱਲ ਆ, ਪੇਪਰ ਫੋਲਡਿੰਗ ਸਾਡੀ ਕੀ ਹੈਗੀ ਆ? ਫਾਈਨ ਮੋਟਰ ਸਕਿੱਲ ਆ, ਪੇਪਰ ਕਟਿੰਗ ਮੋਟਰ ਸਕਿੱਲ ਫਾਈਨ ਮੋਟਰ ਸਕਿੱਲ ਆ। ਠੀਕ ਹੈ ਜੀ, ਨੈਕਸਟ ਕੁਐਸਚਨ ਆਪਣੇ ਕੋਲ, ਇਹਨਾਂ ਦੇ ਵਿੱਚੋਂ ਕਿਹੜਾ ਪ੍ਰੀ ਪ੍ਰਾਇਮਰੀ ਪਾਠਕ੍ਰਮ ਦਾ ਗੋਲ ਨਹੀਂ ਹੈ? ਵਿਚ ਆਫ ਫੋਲੋਇੰਗ ਨਾਟ ਦਾ ਗੋਲ ਆਫ ਪ੍ਰੀ ਪ੍ਰਾਇਮਰੀ ਕਰਿਕੂਲਮ। ਤੁਸੀਂ ਕਰਿਕੂਲਮ ਦੀ ਕਲਾਸ ਦੇ ਵਿੱਚ ਕਰ ਚੁੱਕੇ ਹੋ ਕਿ ਐਨਸੀਈਆਰਟੀ ਨੇ 3 ਤਰ੍ਹਾਂ ਦੇ ਗੋਲ ਨੇ ਜਿਹੜੇ ਕਿ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੇ ਲਈ ਦਿੱਤੇ ਹੋਏ ਨੇ। ਠੀਕ ਹੈ ਜੀ, ਤਾਂ ਸਾਡੇ ਕੋਲ ਜਿਹੜੇ ਐਨਸੀਈਆਰਟੀ ਦੁਆਰਾ 3 ਗੋਲ ਨਿਰਧਾਰਿਤ ਕੀਤੇ ਗਏ ਆ ਪਾਠਕ੍ਰਮ ਦੇ ਪ੍ਰੀ ਪ੍ਰਾਇਮਰੀ ਤੇ, ਉਹ ਕਿਹੜਾ ਹੈ? ਸਭ ਤੋਂ ਪਹਿਲਾਂ ਹੈਗਾ ਚਿਲਡਰਨ ਮੇਨਟੇਨ ਗੁੱਡ ਹੈਲਥ ਐਂਡ ਵੈਲ ਬੀਇੰਗ। ਹਾਂਜੀ ਬਿਲਕੁਲ ਠੀਕ ਹੈ, ਐਨਸੀਈਆਰਟੀ ਦੇ ਅਕੋਰਡਿੰਗ ਇੱਕ ਬੱਚੇ ਦੀ ਚੰਗੀ ਸਿਹਤ ਤੇ ਭਲਾਈ ਦੇ ਉੱਪਰ ਫੋਕਸ ਕਰਨਾ ਵੀ ਕਰਿਕੂਲਮ ਦਾ ਹੀ ਇੱਕ ਗੋਲ ਆ। ਠੀਕ ਹੈ, ਇੱਕ ਉਦੇਸ਼ ਆ। ਦੂਜਾ, ਚਿਲਡਰਨ ਬਿਕਮ ਇਫੈਕਟਿਵ ਕਮਿਊਨੀਕੇਟਰ। ਬੱਚਿਆਂ ਦੇ ਵਿੱਚ ਇੱਕ ਚੰਗੇ ਭਾਸ਼ਾ ਵਾਲੇ ਬੱਚੇ ਪੈਦਾ ਕਰਨਾ, ਜਿਨ੍ਹਾਂ ਨੂੰ ਚੰਗਾ ਬੋਲਣਾ ਆਉਂਦਾ ਹੋਵੇ, ਉਹ ਚੰਗੇ ਇਫੈਕਟਿਵ ਕਮਿਊਨੀਕੇਟਰ ਹੋਣ, ਚੰਗੀ ਗੱਲਬਾਤ ਕਰਨੀ ਆਉਂਦੀ ਹੋਵੇ, ਉਹ ਵੀ ਸਾਡਾ ਇੱਕ ਐਨਸੀਈਆਰਟੀ ਦੇ ਅਕੋਰਡਿੰਗ ਗੋਲ ਆ। ਚਿਲਡਰਨ ਬਿਕਮ ਇਨਵੋਲਵਡ ਲਰਨਰ ਐਂਡ ਕਨੈਕਟ ਵਿਦ ਇਮੀਡੀਏਟ ਇਨਵਾਇਰਨਮੈਂਟ। ਬਿਲਕੁਲ ਸਹੀ, ਇਹ ਵੀ ਐਨਸੀਈਆਰਟੀ ਦਾ ਗੋਲ ਹੈ। ਐਨਸੀਈਆਰਟੀ ਦੇ ਅਕੋਰਡਿੰਗ ਬੱਚੇ ਨੂੰ ਸੈਂਸਿਸ ਦੇ ਰਾਹੀਂ, ਜਾਂ ਜਿਹੜਾ ਕਨਸੈਪਚੁਅਲ ਮੈਥ ਆ, ਜਾਂ ਬਾਕੀ ਚੀਜ਼ਾਂ ਜੋ ਵੀ ਜ਼ਰੂਰੀ ਨੇ, ਉਹਨਾਂ ਦੇ ਰਾਹੀਂ ਬੱਚੇ ਨੂੰ ਕਨੈਕਟ ਕੀਤਾ ਜਾਵੇ, ਇੱਕ ਇਨਵੋਲਵਡ ਲਰਨਰ ਬਣਾਇਆ ਜਾਵੇ, ਤੇ ਉਹਨੂੰ ਆਪਣੇ ਆਲੇ ਦੁਆਲੇ ਦੇ ਨਾਲ ਇੰਟਰੈਕਟ ਕਰਨਾ ਸਿਖਾਇਆ ਜਾਵੇ। ਕਿਉਂਕਿ ਬੱਚਾ ਜਿੰਨਾ ਜ਼ਿਆਦਾ ਇਨਵੋਲਵਡ ਰਹੂਗਾ, ਜਿੰਨਾ ਜ਼ਿਆਦਾ ਕਿਰਿਆਸ਼ੀਲ ਰਹੂਗਾ, ਤੇ ਜਿੰਨਾ ਹੀ ਆਪਦੇ ਵਾਤਾਵਰਨ ਦੇ ਨਾਲ ਇੰਟਰੈਕਟ ਕਰੂਗਾ, ਉਨਾ ਹੀ ਗੁੱਡ ਲਰਨਰ ਉਹ ਹੋਊਗਾ। ਡੀ ਆਪਸ਼ਨ ਆਪਣੇ ਕੋਲ, ਬੱਚਾ ਪੂਰੀ ਤਰ੍ਹਾਂ ਅਧਿਆਪਕ ਤੇ ਨਿਰਭਰ ਹੋਵੇ। ਬਿਲਕੁਲ ਵੀ ਨਹੀਂ। ਠੀਕ ਹੈ, ਇੱਥੇ ਸਾਡੇ ਕੋਲ ਜਿਹੜੀ ਗਲਤ ਹੈਗੀ ਆ, ਜਿਹੜਾ ਗੋਲ ਨਹੀਂ ਹੋਏ ਹੈ, ਮੈਂ ਬਾਰ-ਬਾਰ ਕਹਿ ਰਹੀ ਹਾਂ, ਸਾਡੀ ਐਜੂਕੇਸ਼ਨ ਚਾਈਲਡ ਸੈਂਟਰ ਆ, ਅਧਿਆਪਕ ਸੈਂਟਰ ਨਹੀਂ ਆ। ਠੀਕ ਹੈ ਜੀ, ਤਾਂ ਜਿੱਥੇ ਅਧਿਆਪਕ ਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਗਈ ਹੋਊਗੀ ਤਾਂ ਉਹ ਸਾਡਾ ਆਨਸਰ ਬਿਲਕੁਲ ਵੀ ਨਹੀਂ ਬਣੂਗਾ। ਨੈਕਸਟ ਕੁਐਸਚਨ ਆ ਜੀ ਆਪਣੇ ਕੋਲ, ਨੈਕਸਟ ਕੁਐਸਚਨ ਆਪਣੇ ਕੋਲ, ਇਹਨਾਂ ਦੇ ਵਿੱਚੋਂ ਕਿਹੜਾ ਪ੍ਰੀ ਪ੍ਰਾਇਮਰੀ ਸਕੂਲ ਦਾ ਹਿੱਸਾ ਹੈ? ਠੀਕ ਹੈ, ਕਿਹੜੀ ਚੀਜ਼ ਨੂੰ ਤੁਸੀਂ ਪ੍ਰੀ ਪ੍ਰਾਇਮਰੀ ਸਕੂਲ ਦੇ ਵਿੱਚ, ਕਿਹੜੇ ਵਿਸ਼ੇ ਨੂੰ, ਕਿਹੜੇ ਸਬਜੈਕਟ ਨੂੰ, ਵਿਚ ਆਫ ਦਾ ਫੋਲੋਇੰਗ ਇਜ਼ ਸਬਜੈਕਟ ਆਫ ਪ੍ਰੀ ਪ੍ਰਾਇਮਰੀ ਸਕੂਲ? ਤਾਂ ਲੈਂਗੁਏਜ ਨੂੰ ਐਡ ਕਰਦੇ ਆ, ਬਿਲਕੁਲ ਐਡ ਕਰਦੇ ਆ। 2-3 ਅੱਖਰ ਬੱਚੇ ਨੂੰ ਲਿਖਣੇ, 2-3 ਸ਼ਬਦ ਬੱਚੇ ਨੂੰ ਲਿਖਣੇ ਸਿਖਾਏ ਜਾਂਦੇ ਆ ਸ਼ੁਰੂ ਦੇ ਵਿੱਚ। ਜਿਵੇਂ ਜਿਵੇਂ ਉਮਰ ਵੱਧਦੀ ਜਾਂਦੀ ਹੈ, ਇਹਨਾਂ ਦੀ ਗਿਣਤੀ ਵੀ ਵੱਧਦੀ ਜਾਂਦੀ ਹੈ। ਮੈਥੇਮੈਟੀਕਲ ਟਰਮਸ, ਸਿੰਪਲ ਨਿਊਮੈਰਲਸ, 1 2 3 ਕਾਊਂਟਿੰਗ, ਠੀਕ ਹੈ ਜੀ, ਗ੍ਰੇਟਰ ਦੇਨ, ਸਮਾਲਰ ਦੇਨ, ਜੋੜ ਘਟਾਓ, ਬੇਸਿਕ ਮੈਥ ਆ ਜਿਹੜਾ ਬੱਚੇ ਨੂੰ ਸਿਖਾਇਆ ਜਾਂਦਾ। ਤੇ ਜੀਕੇ ਵੀ ਬੱਚੇ ਨੂੰ ਸਿਖਾਈ ਜਾਂਦੀ ਆ, ਜਿਹੜੀ ਆਲੇ ਦੁਆਲੇ ਦੀ ਇਨਫੋਰਮੇਸ਼ਨ ਆ, ਬੇਸਿਕ ਚੀਜ਼ਾਂ, ਉਹ ਬੱਚੇ ਨੂੰ ਐਡ ਕੀਤੀਆਂ ਜਾਂਦੀਆਂ ਐਟ ਪ੍ਰੀ ਪ੍ਰਾਇਮਰੀ ਲੈਵਲ। ਤਾਂ ਸਾਡੇ ਕੋਲ ਇੱਥੇ ਆਨਸਰ ਕੀ ਹੈ ਜੀ? ਆਲ ਆਫ ਅਬਵ। ਅਗੇਨ ਇਹ ਸਾਰੇ ਕੁਐਸਚਨ ਮੈਂ ਤੁਹਾਨੂੰ ਕੰਟੈਂਟ ਦੇ ਵਿੱਚ ਕਰਾ ਚੁੱਕੀ ਆ। 13ਵਾਂ ਆਪਣੇ ਕੋਲ ਹੈ, ਇਹਨਾਂ ਦੇ ਵਿੱਚੋਂ ਕਿਹੜੀ ਗਤੀਵਿਧੀ ਬਾਲ ਪਹਿਲ ਤੇ ਆਧਾਰਿਤ ਆ? ਅਸੀਂ ਜਦੋਂ ਕਰਿਕੂਲਮ ਵਾਲਾ ਟੌਪਿਕ ਡਿਸਕਸ ਕੀਤਾ ਸੀ ਤਾਂ ਮੈਂ ਤੁਹਾਨੂੰ ਇੱਕ ਉੱਥੇ ਟਾਈਮ ਟੇਬਲ ਪ੍ਰੋਵਾਈਡ ਕੀਤਾ ਸੀ, ਜਿਹਦੇ ਚ ਅਸੀਂ ਚਾਈਲਡ ਇਨੀਸ਼ੀਏਟਡ ਐਕਟੀਵਿਟੀਜ਼ ਤੇ ਟੀਚਰ ਇਨੀਸ਼ੀਏਟਡ ਐਕਟੀਵਿਟੀਜ਼ ਬਾਰੇ ਡਿਸਕਸ ਕੀਤਾ ਸੀ, ਹਨਾ। ਜਦੋਂ ਬੱਚਾ ਆਉਂਦਾ ਹਨਾ, ਜਿਹੜਾ ਵੈਲਕਮ ਪੀਰੀਅਡ ਆ ਜਾਂ ਗੁੱਡ ਬਾਏ ਪੀਰੀਅਡ ਆ, ਇਹਦੇ ਬਾਰੇ ਡਿਸਕਸ ਕੀਤਾ ਗਿਆ ਸੀ, ਤੁਹਾਨੂੰ ਯਾਦ ਹੋਊਗਾ। ਠੀਕ ਹੈ ਜੀ, ਤਾਂ ਇਹਨਾਂ ਦੇ ਵਿੱਚੋਂ ਜਿਹੜਾ ਗਤੀਵਿਧੀ ਬਾਲ ਪਹਿਲ ਤੇ ਆਧਾਰਿਤ ਹੈਗਾ, ਚਾਈਲਡ, ਜਿਹੜਾ ਇਹਨਾਂ ਦੇ ਵਿੱਚੋਂ ਕਿਹੜਾ, ਅੱਛਾ ਦੋਵਾਂ ਦੇ ਵਿੱਚ ਫਰਕ ਆ, ਪੰਜਾਬੀ ਦੇ ਵਿੱਚ ਦੇਖੋ, ਇਹਨਾਂ ਦੇ ਵਿੱਚੋਂ ਕਿਹੜਾ ਗਤੀਵਿਧੀ ਬਾਲ ਪਹਿਲ ਤੇ ਆਧਾਰਿਤ ਆ? ਠੀਕ ਹੈ, ਸਹੀ ਆ। ਜਿਹੜਾ ਨੀਚੇ ਦਿੱਤਾ ਹੋਇਆ ਵਿਚ ਆਫ ਫੋਲੋਇੰਗ ਨਾਟ ਚਾਈਲਡ ਇਨੀਸ਼ੀਏਟਡ, ਇਹ ਗਲਤ ਆ। ਠੀਕ ਹੈ, ਨੀਚੇ ਸਟੇਟ ਕੁਐਸਚਨ ਦੇ ਹਿਸਾਬ ਨਾਲ ਨਾਟ ਨਹੀਂ ਸੀ ਆਉਣਾ ਚਾਹੀਦਾ, ਪੰਜਾਬੀ ਵਾਲੀ ਸਟੇਟਮੈਂਟ ਇੱਥੇ ਸਹੀ ਆ, ਥੋੜਾ ਠੀਕ ਕਰ ਲਿਓ ਇਹਨੂੰ।
ਸਮਝਾਉਣੀ ਆ ਮੈਂ ਇਸ ਚੀਜ਼ ਨੂੰ। ਦੇਖੋ ਜਿਹੜੇ ਡਿਫਰੈਂਟ ਸਰਕਲਸ ਨੇ, ਜਦੋਂ ਬੱਚਾ ਪ੍ਰੀ ਪ੍ਰਾਇਮਰੀ ਸਕੂਲ ਦੇ ਵਿੱਚ ਹੁੰਦਾ ਤਾਂ ਟੀਚਰ ਦੇ ਨਾਲ ਜਦੋਂ ਉਹਦੀ ਇੰਟਰੈਕਸ਼ਨ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਬੱਚੇ ਦਾ ਵੈਲਕਮ ਸਰਕਲ ਹੁੰਦਾ। ਜਦੋਂ ਬੱਚਾ ਸਕੂਲ ਦੇ ਵਿੱਚ ਜਾਂਦਾ 9 ਵਜੇ, ਜਦੋਂ ਵੀ ਉਹਦੀ ਟਾਈਮਿੰਗ ਆ ਸਕੂਲ ਦੀ, ਜਾਊਗਾ, ਵੈਲਕਮ ਸਰਕਲ ਆ। ਵੈਲਕਮ ਸਰਕਲ ਟੀਚਰ ਇਨੀਸ਼ੀਏਟਡ ਹੁੰਦਾ। ਸਾਰੀਆਂ ਐਫਰਟਸ ਵਿੱਚ ਕੀ ਕਰੂਗਾ, ਟੀਚਰ ਕਰੂਗਾ। ਬੱਚੇ ਨੂੰ ਬੋਲਣਾ, ਹੈਲੋ, ਨਮਸਤੇ, ਸਾਰੀਆਂ ਚੀਜ਼ਾਂ ਸਿਖਾਈਆਂ ਜਾਂਦੀਆਂ ਇਹਦੇ ਚ। ਉਹਦੀ ਹਾਈਜੀਨਿਕ ਦਾ ਧਿਆਨ ਰੱਖਿਆ ਜਾਂਦਾ, ਉਹਦੀ ਹੈਲਥ ਚੈੱਕਅਪ ਕੀਤਾ ਜਾਂਦਾ। ਵੈਸੇ ਵੀ ਹੁਣ ਕਰੋਨਾ ਕਾਲ ਆ ਤਾਂ ਵੈਸੇ ਹੀ ਇਹਨਾਂ ਚੀਜ਼ਾਂ ਦੇ ਉੱਪਰ, ਬੱਚੇ ਦੀ ਹੈਲਥ ਦੇ ਉੱਪਰ ਜ਼ਿਆਦਾ ਧਿਆਨ ਦਿੱਤਾ ਜਾਊਗਾ। ਅਟੈਂਡੈਂਸ ਲਾਈ ਜਾਂਦੀ ਹੈ, ਠੀਕ ਹੈ ਜੀ। ਤਾਂ ਇਹ ਸਾਰੀਆਂ ਚੀਜ਼ਾਂ ਚੈੱਕ ਕੀਤੀਆਂ ਜਾਣਗੀਆਂ ਵੈਲਕਮ ਸਰਕਲ ਦੇ ਵਿੱਚ। ਜਿਹੜਾ ਅਰਲੀ ਲਿਟਰੇਸੀ ਹੈ, ਇਹਦੇ ਚ ਕੀ ਆ, ਬੱਚੇ ਨੂੰ ਭਾਸ਼ਾ, ਮੈਥ ਦੇ ਕਨਸੈਪਟ, ਸਾਇੰਸ ਦੇ ਕਨਸੈਪਟ, ਇਹ ਚੀਜ਼ਾਂ ਸਿਖਾਈਆਂ ਜਾਂਦੀਆਂ। ਤੇ ਬੱਚਾ ਤਾਂ ਬਿਲਕੁਲ ਫਰੈਸ਼ ਆ, ਉਹਨੂੰ ਇਹੋ ਜੀ ਨੌਲੇਜ ਟੀਚਰ ਹੀ ਦੇ ਸਕਦਾ। ਤਾਂ ਇਹ ਵੀ ਐਕਟੀਵਿਟੀ ਕੀ ਹੈਗੀ ਆ, ਟੀਚਰ ਇਨੀਸ਼ੀਏਟਡ। ਮੈਥ ਕਨਸੈਪਟ ਵੀ ਟੀਚਰ ਹੀ ਬੱਚੇ ਨੂੰ ਸਿਖਾਊਗਾ, ਇਹ ਵੀ ਕੀ ਹੈਗੀ ਆ, ਟੀਚਰ ਇਨੀਸ਼ੀਏਟਡ। ਤਾਂ ਸਾਡੇ ਕੋਲ ਇੱਕ ਐਕਟੀਵਿਟੀ ਬਚੀ ਆ ਫ੍ਰੀ ਪਲੇ। ਦੇਖੋ ਹਜੇ ਕੱਲਾ ਪਲੇ ਹੁੰਦਾ, ਇਨਡੋਰ ਆਊਟਡੋਰ, ਉੱਥੇ ਅਸੀਂ ਫੇਰ ਵੀ ਸੋਚ ਸਕਦੇ ਸੀਗੇ ਕਿ ਉਹ ਚਾਈਲਡ ਸੈਂਟਰ ਵੀ ਹੋ ਸਕਦੀ ਆ ਤੇ ਉਹ ਟੀਚਰ ਸੈਂਟਰ ਵੀ ਹੋ ਸਕਦੀ ਆ। ਪਰ ਜਦੋਂ ਤੁਹਾਡੇ ਕੋਲ ਆਪਸ਼ਨ ਆ ਗਈ ਫ੍ਰੀ, ਇਹਦਾ ਮਤਲਬ ਕੀ ਆ, ਬੱਚਾ ਬਿਲਕੁਲ ਸੁਤੰਤਰ ਖੇਡ ਰਿਹਾ, ਠੀਕ ਹੈ। ਤਾਂ ਉਹ ਐਕਟੀਵਿਟੀ ਕਿਹੜੀ ਹੋਊਗੀ, ਚਾਈਲਡ ਇਨੀਸ਼ੀਏਟਡ। ਬੱਚਾ ਖੁਦ ਇਨੀਸ਼ੀਏਟ ਲੈ ਰਿਹਾ ਹੈਗਾ ਖੇਡਣ ਦੇ ਲਈ, ਖੁਦ ਐਫਰਟ ਕਰਕੇ ਸਿੱਖ ਰਿਹਾ। ਤਾਂ ਉਸ ਐਕਟੀਵਿਟੀ ਨੂੰ ਅਸੀਂ ਕਿਹਦੇ ਚ ਰੱਖਦੇ ਹੈਗੇ ਆ, ਫ੍ਰੀ ਪਲੇ ਨੂੰ ਚਾਈਲਡ ਇਨੀਸ਼ੀਏਟਡ ਐਕਟੀਵਿਟੀ ਦੇ ਵਿੱਚ। ਨੈਕਸਟ ਕੁਐਸਚਨ ਆਪਣੇ ਕੋਲ, ਕੀ ਪ੍ਰੀ ਪ੍ਰਾਇਮਰੀ ਪਾਠਕ੍ਰਮ ਵਿੱਚ ਸ਼ਾਮਲ ਹੈ, ਵਿਚ ਇਨਕਲੂਡਸ ਇਨ ਪ੍ਰੀ ਪ੍ਰਾਇਮਰੀ ਕਰਿਕੂਲਮ। ਪ੍ਰੀ ਪ੍ਰਾਇਮਰੀ ਕਰਿਕੂਲਮ ਦੇ ਵਿੱਚ ਅਸੀਂ ਕਿਹੜੀ ਚੀਜ਼ ਨੂੰ ਐਡ ਕਰਦੇ ਆ, ਠੀਕ ਹੈ ਜੀ। ਤਾਂ ਪ੍ਰੀ ਪ੍ਰਾਇਮਰੀ ਕਰਿਕੂਲਮ ਦੇ ਵਿੱਚ ਐਡ ਹੁੰਦਾ ਮਿਡ ਡੇ ਮੀਲ, ਠੀਕ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਮਿਡ ਡੇ ਮੀਲ। ਦੈਨ ਵੈਕਸੀਨੇਸ਼ਨ, ਇਮਿਊਨਾਈਜੇਸ਼ਨ, ਇਹ ਸਾਰੇ ਟੌਪਿਕ ਤੁਸੀਂ ਡੀਪ ਪਾਰਟ ਦੇ ਵਿੱਚ ਕਰ ਚੁੱਕੇ ਹੋ। ਮਿਡ ਡੇ ਮੀਲ ਦਾ ਕਨਸੈਪਟ ਹਜੇ ਵੀ ਤੁਹਾਨੂੰ ਕਲੀਅਰ ਕਰਵਾਇਆ ਜਾਊਗਾ। ਵੈਕਸੀਨੇਸ਼ਨ, ਸਕੂਲਾਂ ਦੇ ਵਿੱਚ ਟੀਕੇ ਵੀ ਲਾਉਣ ਆਉਂਦੇ ਹੁੰਦੇ ਨੇ, ਇਹਦਾ ਮਤਲਬ ਕੀ ਆ ਕਿ ਬੱਚੇ ਨੂੰ ਵੈਕਸੀਨੇਟ ਕਰਨਾ ਵੀ ਕਰਿਕੂਲਮ ਦਾ ਇੱਕ ਹਿੱਸਾ। ਨਿਊਟ੍ਰੀਸ਼ਨ, ਬੱਚੇ ਨੂੰ ਅਸਲ ਦੇ ਵਿੱਚ ਮਿਡ ਡੇ ਮੀਲ ਸਕੀਮ ਆ ਜਿਹੜੀ, ਉਹ ਇੱਕ ਨਿਊਟ੍ਰੀਸ਼ਨ ਦੇ ਅੰਡਰ ਹੀ ਪ੍ਰੋਵਾਈਡ ਕੀਤੀ ਜਾਂਦੀ ਹੈ। ਤੇ ਇਹਦਾ ਮਤਲਬ ਸਾਡੇ ਕੋਲ ਜੋ ਇੱਥੇ ਆਨਸਰ ਹੈ ਉਹ ਹੈ ਜੀ ਆਲ ਆਫ ਅਬਵ। ਇਹ ਸਾਰੀਆਂ ਚੀਜ਼ਾਂ ਹੀ ਪ੍ਰੀ ਪ੍ਰਾਇਮਰੀ ਕਰਿਕੂਲਮ ਦੇ ਵਿੱਚ ਸ਼ਾਮਲ ਨੇ। 15th ਕੁਐਸਚਨ ਆਪਣੇ ਕੋਲ, ਪ੍ਰੀ ਪ੍ਰਾਇਮਰੀ ਪਾਠਕ੍ਰਮ ਕਿਸ ਉਮਰ ਦੇ ਬੱਚਿਆਂ ਨੂੰ ਸ਼ਾਮਲ ਕਰਦਾ, ਵਿਚ ਏਜ ਆਫ ਚਾਈਲਡ ਇਨਕਲੂਡ ਇਨ ਪ੍ਰੀ ਪ੍ਰਾਇਮਰੀ ਸਕੂਲ ਕਰਿਕੂਲਮ। ਮੈਂ ਬਾਰ-ਬਾਰ ਕਹਿ ਰਹੀ ਹਾਂ, ਪ੍ਰੀ ਪ੍ਰਾਇਮਰੀ ਕਰਿਕੂਲਮ ਦੀ ਏਜ ਹੀ ਕੀ ਹੁੰਦੀ ਆ, 3 ਤੋਂ ਲੈ ਕੇ 6 ਸਾਲ ਤੱਕ। ਪ੍ਰੀ ਪ੍ਰਾਇਮਰੀ ਸਕੂਲ ਦੇ ਵਿੱਚ 3 ਤੋਂ ਲੈ ਕੇ 6 ਸਾਲ ਦਾ ਬੱਚਾ ਸਕੂਲ ਦੇ ਵਿੱਚ ਐਂਟਰ ਕਰੂਗਾ, ਠੀਕ ਹੈ ਜੀ। ਤਾਂ ਇਸ ਸਿਚੁਏਸ਼ਨ ਦੇ ਵਿੱਚ ਸਾਡੇ ਕੋਲ ਆਨਸਰ ਕੀ ਬਣੂਗਾ, 3 to 6, ਠੀਕ ਹੈ ਜੀ। 3 to 6 ਸਾਡਾ ਇੱਥੇ ਕੀ ਹੈਗਾ, ਇੱਕ ਆਨਸਰ। ਹੋਪ ਤੁਹਾਨੂੰ ਸਾਰਿਆਂ ਨੂੰ ਆਨਸਰ ਕਲੀਅਰ ਹੋ ਗਏ ਹੋਣਗੇ, ਠੀਕ ਹੈ। ਹੋਪ ਸਾਡੀਆਂ ਵੀਡੀਓ ਤੁਹਾਡੇ ਲਈ ਹੈਲਪਫੁਲ ਹੋ ਰਹੀਆਂ ਹੋਣਗੀਆਂ। ਵੱਧ ਤੋਂ ਵੱਧ ਸਾਡੇ ਚੈਨਲ ਨੂੰ ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਥੈਂਕ ਯੂ ਸੋ ਮਚ।